ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਜਿੱਥੇ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਚੱਲਦਾ ਪਿਆ। ਲਗਾਤਾਰ ਕਿਸਾਨ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ, ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਆ। ਉੱਥੇ ਹੀ ਲਗਾਤਾਰ ਵਪਾਰ ਵੀ ਜਿਹੜਾ ਗਿਰਦਾ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੈ। ਜੇਕਰ ਕਿਸਾਨ ਬਾਜ਼ਾਰ 'ਚ ਨਹੀਂ ਹੈਗੇ ਤਾਂ ਵਪਾਰੀਆਂ ਨੂੰ ਵੀ ਵੱਡਾ ਲਾਸ ਹੋ ਰਿਹਾ, ਕਿਉਂਕਿ ਸਾਰੀ ਮਾਰਕੀਟ ਜਿਹੜੀ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਪਰ ਹੁਣ ਜੇਕਰ ਹੁਣ ਦੀ ਗੱਲ ਕਰੀਏ ਤਾਂ ਬਠਿੰਡਾ ਦੀ ਅਸੀਂ ਇਸ ਵਕਤ ਜਿਹੜੀ ਅਨਾਜ ਮੰਡੀ 'ਚ ਖੜੇ ਹਾਂ, ਦਾਣਾ ਮੰਡੀ ਬਠਿੰਡਾ ਦੀ, ਕਿਉਂਕਿ ਇਸ ਵਾਰ ਜਿਹੜੀ ਕਣਕ ਦੀ ਖਰੀਦ ਹੈਗੀ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਮੰਡੀ ਨਾਲ 2500 ਦੇ ਕਰੀਬ ਲੇਬਰ ਜੁੜੀ ਹੋਈ ਹੈ ਤੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਲੱਖਾਂ ਲੋਕ ਜਿਹੜੇ ਹੈਗੇ ਆ ਇਸ ਮੰਡੀ ਤੋਂ, ਜਿਨ੍ਹਾਂ ਦਾ ਘਰ ਚੱਲਦਾ ਹੈ। ਪਰ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਵੀ ਅਦਾਇਗੀ ਹੈਗੀ ਹੈ, ਜਿਸ ਤਰੀਕੇ ਨਾਲ ਪਹਿਲਾਂ ਚੱਲਦੀ ਸੀ, ਯਾਨੀ ਆੜਤੀ ਦੇ ਥਰੂ ਹੀ ਸਾਰੀ ਫਸਲ ਦੀ ਅਦਾਇਗੀ ਹੁੰਦੀ ਸੀਗੀ, ਕਿਸਾਨ ਆੜਤੀ ਦੇ ਥਰੂ ਹੀ ਚੱਲਦਾ ਸੀ, ਉਸ ਸਿਸਟਮ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ। ਤਾਂ ਕਿਉਂਕਿ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਆੜਤੀਆਂ ਦਾ ਤੇ ਕਿਸਾਨਾਂ ਦਾ ਨੋ ਮਾਸ ਦਾ ਰਿਸ਼ਤਾ ਦੱਸਿਆ ਜਾ ਰਿਹਾ, ਪਰ ਕੇਂਦਰ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਹੈ ਉਹਦੇ ਨਾਲ ਆੜਤੀਆ ਬਿਲਕੁਲ ਤਬਾਹ ਹੋ ਰਿਹਾ, ਵੱਡਾ ਨੁਕਸਾਨ ਮੰਡੀਆਂ 'ਚ ਹੋ ਰਿਹਾ, ਲੇਬਰ ਦਾ ਵੱਡਾ ਨੁਕਸਾਨ ਹੋ ਰਿਹਾ। ਤਾਂ ਹੁਣ ਜਿਹੜਾ ਸਰਕਾਰ ਦਾ, ਪੰਜਾਬ ਦੀ ਸਰਕਾਰ ਦਾ ਫੈਸਲਾ ਹੈਗਾ, ਇਸ ਬਾਰੇ ਜਿਹੜੇ ਸਾਡੇ ਨਾਲ ਬਠਿੰਡਾ ਦੇ ਆੜਤੀ ਐਸੋਸੀਏਸ਼ਨ ਪ੍ਰਧਾਨ ਵੀ ਨੇ ਤੇ ਨਾਲ ਹੀ ਵਪਾਰ ਮੰਡਲ ਦੇ ਵੀ ਆਗੂ ਨੇ ਪੰਜਾਬ ਦੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜਿਹੜਾ ਮਾਹੌਲ ਚੱਲਦਾ ਪਿਆ, ਕਿਉਂਕਿ 10 ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ, ਸਾਰੀ ਮਾਰਕੀਟ ਜਿਸ ਤਰੀਕੇ ਨਾਲ ਲਾਸ ਦੇ ਵਿੱਚ ਜਾ ਰਹੀ ਹੈ, ਬਾਜ਼ਾਰ ਬਿਲਕੁਲ ਬੰਦ ਪਏ ਹੈ, ਬਿਲਕੁਲ ਗਾਹਕ ਨਹੀਂ ਹੈਗਾ, ਤਾਂ ਕਿੰਨਾ ਵੱਡਾ ਨੁਕਸਾਨ ਸਰਕਾਰਾਂ ਦੀ ਪਾਲਿਸੀਆਂ ਨਾਲ ਹੋ ਰਿਹਾ। ਸਭ ਤੋਂ ਪਹਿਲਾਂ ਸਾਡੇ ਨਾਲ ਸਤੀਸ਼ ਕੁਮਾਰ ਬੱਬੂ ਨੇ, ਜਿਹੜੇ ਕਿ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਬੱਬੂ ਜੀ, ਜਿਹੜਾ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਅਦਾਇਗੀ ਤੁਹਾਡੇ ਥਰੂ ਹੀ ਹੋਊਗੀ, ਕੀ ਕਹਿਣਾ ਚਾਹੋਗੇ? ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਵੀ ਜੋ ਆੜਤੀ ਸਿਸਟਮ 70 ਤੇ 70 ਸਾਲ ਤੋਂ ਕਿਸਾਨ ਤੇ ਆੜਤੀ ਦਾ 9 ਮਾਸ ਦਾ ਰਿਸ਼ਤਾ ਚੱਲਿਆ ਆ ਰਿਹਾ ਹੈ, ਉਹ ਰਿਸ਼ਤਾ ਉਵੇਂ ਕਰੀ ਕਾਇਮ ਰਹੇਗਾ। ਤੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ, ਜਿਨ੍ਹਾਂ ਨੇ ਆੜਤੀਆਂ ਦਾ ਤੇ ਕਿਸਾਨਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਸਾਡੀ ਲੜਾਈ ਹੁਣ ਸਿੱਧੀ ਹੈਗੀ ਹੈ ਸੈਂਟਰ ਨਾਲ, ਜੋ ਕਿ ਲਗਾਤਾਰ ਬਿਆਨਬਾਜ਼ੀ ਕਰ ਰਹੀ ਹੈ ਵੀ ਅਸੀਂ ਪੰਜਾਬ ਦੀ ਇਸ ਪ੍ਰਪੋਜ਼ਲ ਨੂੰ ਨਹੀਂ ਮੰਨਦੇ, ਜਾਂ ਜੇ ਨਹੀਂ ਮੰਨਣਗੇ ਤੇ ਸਾਡਾ 5 ਤਰੀਕ ਨੂੰ ਬਾਘਾ ਪੁਰਾਣੀ ਮੰਡੀ ਵਿਖੇ ਬਹੁਤ ਵਿਸ਼ਾਲ ਸਾਡੀ ਮਹਾਂ ਪੰਚਾਇਤ ਹੋ ਰਹੀ ਹੈ, ਜਿਹਦੇ ਵਿੱਚ ਕਿਸਾਨ ਆਗੂ ਵੀ ਸ਼ਾਮਲ ਹੋ ਰਹੇ, ਰਾਜੇਵਾਲ ਸਾਹਿਬ ਤੇ ਹੋਰ। ਤੇ ਉਹਦੇ ਵਿੱਚ ਅਸੀਂ 50-60 ਹਜ਼ਾਰ ਬੰਦਾ ਸਾਡਾ ਕਿਸਾਨ ਮਜ਼ਦੂਰ ਆੜਤੀਆ ਮੁਨੀਮ ਇਕੱਠਾ ਹੋਊਗਾ। ਉੱਥੇ ਸਾਡਾ ਡਿਸੀਜਨ ਹੋਊਗਾ। ਜੇ ਸੈਂਟਰ ਸਰਕਾਰ ਨੂੰ ਅਸੀਂ ਅਲਟੀਮੇਟਮ ਦੇਵਾਂਗੇ ਕਿ ਸਾਡੀਆਂ ਮੰਗਾਂ ਇਹਨਾਂ ਨੇ ਨਾ ਮੰਨੀਆਂ ਤਾਂ ਅਸੀਂ ਸ਼ਾਇਦ ਮੰਡੀਆਂ ਦਾ ਬਾਈਕਾਟ ਕਰ ਸਕਦੇ ਹਾਂ। ਬਿਲਕੁਲ ਜੀ, ਇਹ ਮੰਡੀ ਦੇ ਨਾਲ ਕਿੰਨੇ ਕੁ ਲੋਕ ਜੁੜੇ ਹੋਏ ਆ, ਕਿਉਂਕਿ ਇੱਥੇ ਹੋਰ ਵੀ ਦੁਕਾਨਾਂ ਬਹੁਤ ਹੈਗੀਆਂ, ਕਾਫੀ ਵੱਡੀ ਮਾਰਕੀਟ ਹੈਗੀ ਹੈ, ਤੇ ਕਿੰਨੇ ਕੁ ਲੇਬਰ ਹੈਗੀ ਹੈ, ਕਿੰਨੇ ਕੁ ਲੋਕ ਜੁੜੇ ਹੋਏ ਇਹਦੇ ਨਾਲ? ਮੰਡੀ ਵਿੱਚ ਕੁੱਲ ਮਿਲਾ ਕੇ ਆੜਤੀਏ ਤਾਂ 80 ਹੈ ਜੀ, ਪਰ ਟੋਟਲ ਦੁਕਾਨਾਂ 250 ਹੈ, ਜਿਹਦੇ ਵਿੱਚ ਸੀਮੈਂਟ ਦੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ, ਖਾਦ ਬੀਜਾਂ ਦਵਾਈਆਂ ਦੀਆਂ ਦੁਕਾਨਾਂ ਤੇ ਹੋਰ ਵੀ ਕਿਸਮ ਦੇ ਵਪਾਰ, ਲੋਹਾ ਸਰੀਆ ਟਿਊਬਵੈਲ ਪਾਰਟਸ ਦੀਆਂ ਦੁਕਾਨਾਂ ਜੋ ਮੰਡੀ 'ਚ ਖੁੱਲ੍ਹੀਆਂ ਹੋਈਆਂ ਹੈ, ਉਹ ਸਾਰੇ ਪ੍ਰਭਾਵਿਤ ਹੋ ਰਹੇ ਨੇ। ਮੰਡੀ ਦੇ ਵਿੱਚ ਕਾਂ ਪੈਂਦੀ ਹੈ, ਕੋਈ ਗਾਹਕ ਨਹੀਂ, ਕਿਸਾਨ ਦਿੱਲੀ ਬੈਠੇ ਨੇ, ਗਾਹਕ ਕੋਈ ਹੈ ਨਹੀਂ, ਦੁਕਾਨਦਾਰ ਕੋਲੋਂ ਖਰਚਾ ਪਾ ਕੇ, ਤਨਖਾਹਾਂ ਭਰ ਕੇ, ਬਿਜਲੀ ਦੇ ਬਿੱਲ ਭਰ ਕੇ ਗੁਜ਼ਾਰਾ ਕਰ ਰਹੇ ਨੇ। ਮਸਾ ਬਹੁਤ ਮੁਸ਼ਕਿਲ ਦਾ ਗੁਜ਼ਾਰਾ ਹੋ ਰਿਹਾ, ਬਿਲਕੁਲ ਵਪਾਰ ਜਿਹੜਾ ਖਤਮ ਹੋ ਰਿਹਾ। ਇਹ ਸੈਂਟਰ ਸਰਕਾਰ ਦੀਆਂ ਨੀਤੀਆਂ ਗਲਤ ਨੇ, ਇਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਹੁਣ ਕਿਹਾ ਕਿ ਅਸੀਂ ਜਿਹੜੀ 10 ਅਪ੍ਰੈਲ ਤੋਂ ਜਿਹੜੀ ਖਰੀਦ ਸ਼ੁਰੂ ਹੋਣੀ ਹੈ, ਕਿ ਕਿਸਾਨਾਂ ਦੇ ਨਾਲ ਹੈ, ਆੜਤੀਆਂ ਦੇ ਨਾਲ ਹੈਗੇ ਆ। ਤੁਹਾਨੂੰ ਲੱਗਦਾ ਕਿ ਇਹ ਇੱਕ 9 ਮਾਸ ਦਾ ਰਿਸ਼ਤਾ ਸੀਗਾ, ਕਿਸਾਨ ਮੰਗ ਕਰ ਰਿਹਾ ਕਿ ਜਿਹੜਾ ਇਹ ਫੈਸਲਾ ਸਰਕਾਰ ਵਾਪਸ ਲਾਵੇ, ਤੇ ਹੁਣ ਤੁਹਾਡਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਕਿਵੇਂ ਦੇਖਦੇ ਹੋ ਇਸ ਨੂੰ? ਕਿਸਾਨ ਨੇ ਕਦੇ ਵੀ ਇਹ ਮੰਗ ਨਹੀਂ ਕੀਤੀ ਵੀ ਸਾਨੂੰ ਡਾਇਰੈਕਟ ਪੇਮੈਂਟ ਹੋਵੇ। ਉਹ ਹਮੇਸ਼ਾ ਆੜ੍ਹਤੀ ਨਾਲ ਅਟੈਚ ਨੇ। ਜਦੋਂ ਬੈਂਕ ਬੰਦ ਹੋ ਜਾਂਦੇ ਆ ਜਾਂ ਹੋਰ ਨਹੀਂ ਹੁੰਦਾ ਕੁਛ ਸਾਧਨ, ਉਹ ਆੜ੍ਹਤੀਆਂ ਕੋਲ ਹੀ ਆਉਂਦੇ ਆ ਆਪਦੀ ਲੋੜਾਂ ਪੂਰੀਆਂ ਕਰਨ ਵਾਸਤੇ। ਅਸੀਂ ਉਹਨਾਂ ਦੀਆਂ ਰਾਤ ਨੂੰ 12 ਵਜੇ ਵੀ ਲੋੜਾਂ ਪੂਰੀਆਂ ਕਰਦੇ ਹਾਂ। ਇਸ ਚੱਲਦਾ ਫਿਰਦਾ ATM ਹੈ ਆੜ੍ਹਤੀਆ ਕਿਸਾਨ ਦਾ। ਇਹਨੂੰ ਇਹ ਰਿਸ਼ਤੇ ਨੂੰ ਖਤਮ ਕਰਨ ਤੇ ਲੱਗੇ ਹੋਏ ਆ। ਪਤਾ ਨਹੀਂ ਕਿਹਦੀ ਸਾਜ਼ਿਸ਼ ਹੈ, ਕੀ ਗੱਲ ਹੈ, ਕੀ ਬਾਤ ਹੈ। ਪਤਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਸੁਰਤਾਂ ਦੀ ਵੀ ਇਹ ਕੀ ਗੱਲਾਂ ਹੈ। ਇਹ ਨਾਦਰਸ਼ਾਹੀ ਕਾਨੂੰਨ ਤੇ ਤਾਨਾਸ਼ਾਹੀ ਇਹ ਚੱਲ ਰਹੀ ਹੈ, ਅਸੀਂ ਇਹਦੇ ਖਿਲਾਫ ਹਾਂ। ਪ੍ਰਧਾਨ ਮੰਤਰੀ ਲਗਾਤਾਰ ਹੀ ਬਿਆਨ ਦੇ ਰਿਹਾ ਕਿ ਵਿਚੋਲੀਏ ਖਤਮ ਕਰ ਦਾਂਗੇ, ਵਿਚੋਲੀਏ ਮਤਲਬ ਥੋੜੀ ਛਵੀ ਖਰਾਬ ਕੀਤੀ ਜਾ ਰਹੀ ਹੈ। ਬਿਲਕੁਲ ਸਾਨੂੰ ਅਪਸ਼ਬਦ, ਇਹ ਸਾਨੂੰ ਅਪਸ਼ਬਦ ਲੱਗਦੇ ਹੈ ਸਾਡੇ ਪ੍ਰਤੀ ਵਿਚੌਲੀਆ। ਅਸੀਂ ਹੈ ਸਰਵਿਸ ਪ੍ਰੋਵਾਈਡਰ, ਨਾ ਕਿ ਵਿਚੌਲੀਏ। ਅਸੀਂ ਜ਼ਿਮੀਂਦਾਰ ਦੀ ਫਸਲ ਆਉਂਦੀ ਹੈ, ਉਹਨੂੰ ਅਨਲੋਡ ਕਰਦੇ ਹਾਂ, ਫਿਰ ਉਹਦੀ ਸਫਾਈ ਕਰਦੇ ਹਾਂ, ਫਿਰ ਉਹਦੀ ਤੁਲਾਈ ਕਰਦੇ ਹਾਂ, ਫਿਰ ਉਹਦੀ ਲਦਾਈ ਕਰਦੇ ਹਾਂ, ਫਿਰ ਸਾਨੂੰ ਉਹਦਾ 2.5% ਮਿਲਦਾ। 2.5% ਸਾਨੂੰ ਕੌਣ ਦਿੰਦਾ? ਕਿਸਾਨ ਨਹੀਂ, ਜੋ ਖਰੀਦ ਕਰਦਾ ਹੈ ਉਹ ਦਿੰਦਾ ਹੈ, ਚਾਹੇ ਉਹ ਕਾਟਨ ਹੋਵੇ, ਚਾਹੇ ਉਹ ਕੋਈ ਵੀ ਜਿਨਸ ਹੋਵੇ। ਉਹਦੇ ਵਿੱਚ ਅਸੀਂ ਸਰਵਿਸ ਪ੍ਰੋਵਾਈਡਰ ਹੈ। ਇਹ ਰਾਜੇਵਾਲ ਸਾਹਿਬ ਨੇ ਵੀ ਇਹ ਕਿਹਾ ਸੀ ਵੀ ਆੜ੍ਹਤੀ ਵਿਚੌਲੀਏ ਨਹੀਂ, ਇਹ ਸ਼ਬਦ ਤੁਸੀਂ ਕਹਿਣਾ ਬੰਦ ਕਰੋ, ਤੇ ਇਹ ਸਰਵਿਸ ਪ੍ਰੋਵਾਈਡਰ ਨਹੀਂ। ਬਿਲਕੁਲ, ਅਸੀਂ ਮੰਡੀ ਵੀ ਇੱਕ ਵਾਰ ਤੁਹਾਨੂੰ ਦਿਖਾ ਦਈਏ, ਜਿਹੜੀ ਮੰਡੀ ਜਿੱਥੇ ਰੌਣਕ ਹੁੰਦੀ ਕਾਫੀ, ਬੜੇ ਲੰਬੇ ਵਕਤ ਤੋਂ ਤੁਸੀਂ ਇਹ ਜੁੜੇ ਹੋਏ ਇੱਥੇ ਇਸ ਇਲਾਕੇ 'ਚ ਹੀ ਰਹਿਣ ਵਾਲੇ ਹੋ, ਬਿਲਕੁਲ ਸਨਾਟਾ ਹੈਗਾ, ਇੱਥੇ ਰੌਣਕ ਹੁੰਦੀ ਹੈ। ਤੁਹਾਨੂੰ ਲੱਗਦਾ ਕਿ ਸਰਕਾਰ ਦੀ ਨੀਤੀਆਂ, ਇਹ ਸਾਰੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਦੀ? ਬਿਲਕੁਲ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਇਹਦੇ ਵਿੱਚ
ਨਲਾਇਕੀ ਹੈ ਇਹ ਕੇਂਦਰ ਸਰਕਾਰ ਦੀ, ਜਿਹੜੀ ਇਹ ਵਪਾਰ ਖਤਮ ਕਰਨ ਤੇ ਲੱਗੀ ਪਈ ਹੈ। ਸਰਕਾਰਾਂ ਰੋਜ਼ਗਾਰ ਦਿੰਦੀਆਂ ਹੁੰਦੀਆਂ, ਖੋਹਦੀਆਂ ਨਹੀਂ ਹੁੰਦੀਆਂ। ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਹੈ, ਸਰਕਾਰ ਤੋਂ ਹਰੇਕ ਬੰਦਾ ਆਸ ਕਰਦਾ ਹੈ ਵੀ ਮੈਨੂੰ ਰੋਜ਼ਗਾਰ ਮਿਲੂਗਾ। ਜਦੋਂ ਉਹਦਾ ਰੋਜ਼ਗਾਰ ਹੀ ਖੋਇਆ ਗਿਆ, 7 ਲੱਖ ਬੰਦਾ ਪੰਜਾਬ 'ਚ ਪ੍ਰਭਾਵਿਤ ਹੋਣਾ ਹੈ। ਆੜਤੀਆ, ਮੁਨੀਮ, ਸਾਡੇ ਮੁਨਸ਼ੀ, ਸਾਡੀ ਲੇਬਰ ਮਿਲਾ ਕੇ 7-8 ਲੱਖ ਬੰਦੇ ਨੇ ਪੰਜਾਬ 'ਚ ਪ੍ਰਭਾਵਿਤ ਹੋਣਾ, ਜਿਹੜਾ ਬੇਰੁਜ਼ਗਾਰ ਹੋ ਜਾਊਗਾ। ਜਿਹਨਾਂ ਕੋਲ ਕੋਈ ਵਪਾਰ ਹੀ ਨਹੀਂ ਰਹਿਣਾ, ਕੋਈ ਕਮਾਈ ਨਹੀਂ ਰਹਿਣੀ, ਉਹ ਆਪਦੇ ਬੱਚੇ ਕਿਵੇਂ ਪਾਲਣਗੇ ਜੀ। ਤੇ ਜਿਹੜੀ ਜਿਵੇਂ ਹੁਣ ਕਿਸਾਨ ਇੱਥੇ ਫਸਲ ਲੈ ਕੇ ਆਉਂਦਾ, ਸਾਰੀ ਸਾਫ਼ ਸਫਾਈ ਜਿੰਨੀ ਵੀ ਉੱਥੇ ਸਾਰੇ ਪ੍ਰਬੰਧ ਤੁਸੀਂ ਕਰਦੇ ਹੋ, ਜੇਕਰ ਹੁਣ ਮੰਡੀਆਂ ਬਿਲਕੁਲ ਖਤਮ ਕਰਤੀਆਂ, ਆੜਤੀਆਂ ਦਾ ਸਿਸਟਮ ਨਹੀਂ ਰਹਿੰਦਾ, ਫਿਰ ਕੀ ਸਿਸਟਮ ਨਾਲ ਕਿਸਾਨ, ਤੁਹਾਨੂੰ ਲੱਗਦਾ ਕਿਸਾਨਾਂ ਨੂੰ ਵੱਡੀ ਮੁਸ਼ਕਲ ਹੋ ਜਾਣੀ ਹੈ? ਬਿਲਕੁਲ ਕਿਸਾਨਾਂ ਨੂੰ ਦਿੱਕਤ ਆਏਗੀ। ਸਾਨੂੰ ਤਾਂ ਦਿੱਕਤ ਆਊਗੀ, ਮਾਲੀ ਦਿੱਕਤ, ਸਾਡੇ ਪਰਿਵਾਰ ਦੇ ਖਰਚੇ, ਸਾਨੂੰ ਸਾਡੇ ਬੱਚਿਆਂ ਨੂੰ, ਸਾਨੂੰ ਨੌਕਰੀਆਂ ਲੱਗਣੀਆਂ ਕਰਨੀਆਂ ਪੈਣਗੀਆਂ ਪ੍ਰਾਈਵੇਟ ਦੁਕਾਨਾਂ 'ਤੇ। ਸਾਨੂੰ ਆਪ ਨੂੰ ਵਿਹਲੇ ਹੋ ਜਾਵਾਂਗੇ, ਕੋਈ ਕੰਮ ਨਹੀਂ ਰਹਿਣਾ। ਮਜ਼ਦੂਰ ਵਰਗ ਕਿਤੇ ਵਿਚਾਰਾ ਹੋਰ ਕੰਮ ਭਰ ਲਊਗਾ। ਸਾਰਾ ਕੰਮ ਗਲਤ ਹੋਇਆ ਪਿਆ ਹੈ। ਇਸ ਸਿਸਟਮ ਨੂੰ ਠੀਕ ਕਰਨਾ ਚਾਹੀਦਾ ਹੈ। ਇਹ ਸਰਕਾਰ ਵਾਸਤੇ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਜਿਹੜੀ 5 ਤਰੀਕ ਨੂੰ ਥੋੜੀ ਰੈਲੀ ਰੱਖੀ, ਉਹ 'ਚ ਕਿੱਥੋਂ ਕਿੱਥੋਂ ਜਿਹੜੇ ਆ ਆੜਤੀ ਕਿੱਥੋਂ ਕਿੱਥੋਂ ਇਕੱਠੇ ਹੋ ਰਹੇ? ਸਾਰੇ ਪੰਜਾਬ ਦੀਆਂ ਸਮੂਹ ਮੰਡੀਆਂ 5 ਤਰੀਕ ਨੂੰ ਬੰਦ ਰਹਿਣਗੀਆਂ। ਇਹਦੇ ਸੰਬੰਧ ਦੇ ਵਿੱਚ ਬਾਘਾ ਪੁਰਾਣਾ ਮਹਾਪੰਚਾਇਤ ਕਰਕੇ ਉਹਦੇ ਵਿੱਚ ਵੱਧ ਤੋਂ ਵੱਧ ਅਸੀਂ ਸਾਰੀਆਂ ਮੰਡੀਆਂ ਦੇ ਵਿੱਚੋਂ 50 ਤੋਂ ਲੈ ਕੇ 70,000 ਬੰਦਾ ਸਾਡਾ ਇਕੱਠਾ ਹੋਣਾ ਉੱਥੇ, ਜਿਹਦੇ ਵਿੱਚ ਸਾਡਾ ਟਾਰਗੇਟ ਹੈ। ਉਸ ਟਾਰਗੇਟ ਨੂੰ ਅਚੀਵ ਕਰਾਂਗੇ। ਤੁਹਾਨੂੰ ਲੱਗਦਾ ਕਿ ਹੁਣ ਲਗਾਤਾਰ ਕਿਸਾਨ ਵੀ ਡਟੇ ਹੋਏ ਆ, ਆੜਤੀ ਤੁਸੀਂ ਵੀ ਨਾਲ ਸਰਕਾਰ ਦੇ ਖਿਲਾਫ ਹੋ, ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਵੀ ਖੜੇ ਹੋਣਾ ਚਾਹੀਦਾ ਸਰਕਾਰ ਦੇ, ਕਿਉਂਕਿ ਹਜੇ ਆਮ ਲੋਕ ਜਿਹੜੇ ਉਹ ਥੋੜੇ ਪਿੱਛੇ ਨੇ? ਆਮ ਲੋਕ ਤਾਂ ਪਿੱਛੇ, ਉਹ ਪਤਾ ਜੀ ਸਰਕਾਰਾਂ ਦੀਆਂ ਜਿਹੜੀਆਂ ਗੱਲਾਂ ਪਾਲਿਸੀਆਂ, ਇਨਕਮ ਟੈਕਸ ਦੀਆਂ ਰੇਡਾਂ, ਈਡੀ, ਆਈਡੀ, NIA, ਜਦੋਂ ਕਿ ਮਤਲਬ ਕਿ ਜੋ ਕੋਈ ਵਪਾਰੀ ਐਕਸ਼ਨ ਲੈਂਦਾ ਹੈ ਜਾਂ ਕੋਈ ਉਹਨਾਂ ਦੇ ਖਿਲਾਫ ਬੋਲਦਾ ਹੈ, ਜਾਂ ਫਿਰ ਉਹਨਾਂ ਨੂੰ ਵਾਸਤੇ ਇਨਕਮ ਟੈਕਸ ਦਾ ਸਹਾਰਾ ਲਿਆ ਜਾਂਦਾ ਹੈ, ਈਡੀ ਦਾ ਸਹਾਰਾ ਲਿਆ ਜਾਂਦਾ ਹੈ, NIA ਦਾ ਸਹਾਰਾ ਲਿੱਤਾ ਜਾਂਦਾ ਵੀ ਵਪਾਰੀਆਂ ਨੂੰ ਉਗਰਵਾਦੀ ਬਣਾ ਦਿੰਦੇ। ਇਹ ਵਪਾਰੀ ਕੋਈ ਉਗਰਵਾਦੀ ਹੈ ਜੀ? ਵਪਾਰੀ ਸਰਕਾਰ ਨੂੰ ਟੈਕਸ ਦਿੰਦਾ ਹੈ, ਇਨਕਮ ਟੈਕਸ ਵੀ ਦਿੰਦਾ ਹੈ, GST ਵੀ ਦਿੰਦਾ ਹੈ, ਕੀ ਮਾਰਕੀਟ ਫੀਸ ਵੀ ਦਿੰਦਾ ਹੈ। ਬਿਲਕੁਲ, ਸਾਡੇ ਨਾਲ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਨੇ ਅਮਿਤ ਕਪੂਰ ਜੀ ਨਾਲ ਗੱਲ ਕਰਦੇ। ਕਪੂਰ ਸਾਹਿਬ, ਇਹ ਸਰਕਾਰ ਦਾ ਫੈਸਲਾ ਹੈਗਾ ਕਿ ਸਿੱਧੀ ਅਦਾਇਗੀ ਜਿਹੜੀ ਕੇਂਦਰ ਸਰਕਾਰ ਫੈਸਲਾ ਲੈ ਕੇ ਆਈ ਹੈ ਕਿ ਪੰਜਾਬ ਦੀ ਸਰਕਾਰ ਨੇ ਕਹਿ ਦਿੱਤਾ ਕਿ ਆੜਤੀਆਂ ਦੇ ਥਰੂ ਹੀ ਸਾਰਾ ਕੁਝ ਹੋਊਗਾ, ਜਿਵੇਂ ਪੁਰਾਣਾ ਚੱਲਦਾ ਆ ਰਿਹਾ। ਕਿਵੇਂ ਦੇਖਦੇ ਹੋ ਇਸ ਚੀਜ਼? ਇਹ ਸਰਕਾਰ ਦਾ ਜਿਹੜਾ ਕੰਮ ਹੈ ਬੜਾ ਹੀ ਨਿੰਦਣਯੋਗ ਹੈ ਔਰ ਬਹੁਤ ਹੀ ਸ਼ਰਮਨਾਕ ਹੈ। ਮੇਰੇ ਖਿਆਲ ਬੱਬੂ ਪ੍ਰਧਾਨ ਜੀ ਨੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਕਰਤੀਆਂ, ਔਰ ਉਹਦੇ 'ਚ ਇਹਨਾਂ ਨੇ ਸਾਰਾ ਚੀਜ਼ ਇੱਕ ਇੱਕ ਚੀਜ਼ ਦੱਸਦੀ ਕਿ ਕਿੰਨਾ ਲੋਕ ਸਾਡੇ ਘਰੇ ਬਹਿ ਜਾਣਗੇ, ਕਿੰਨੇ ਲੋਕਾਂ ਦਾ ਬਿਜ਼ਨਸ ਖੋ ਜਾਊਗਾ, ਕਿੰਨੇ ਲੋਕ ਜਿਹੜੇ ਹੈ ਰੋਟੀ ਨੂੰ ਮੁਹਤਾਜ ਹੋ ਜਾਣਗੇ। ਪਰ ਜੇ ਮੈਂ ਗੱਲ ਕਰਾਂ ਵਪਾਰ ਦੀ, ਅੱਜ ਪੰਜਾਬ ਦੀ ਗੱਲ ਕਰਾਂ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਅੰਦਰ ਅੱਜ ਇੰਨਾ ਵੱਡਾ ਰੋਸ਼ ਹੈ। ਅਸੀਂ ਚਾਹੇ ਤਾਂ ਸਟੇਟ ਦੀ ਸਰਕਾਰ ਹੋਵੇ ਤੇ ਚਾਹੇ ਸੈਂਟਰ ਦੀ ਸਰਕਾਰ ਹੋਵੇ, ਦੋਨਾਂ ਨੂੰ ਮੇਰੇ ਖਿਆਲ ਕੋਈ ਐਸਾ ਦਿਨ ਨਹੀਂ ਹੋਣਾ ਜਿੱਦਣ ਇਹਨਾਂ ਨੂੰ ਅਸੀਂ ਨਾ ਮਤਲਬ ਰੋਂਦੇ ਹੋਈਏ। ਸਰਕਾਰਾਂ ਜਿਹੜੀਆਂ ਵਪਾਰੀਆਂ ਨੂੰ ਬਿਲਕੁਲ ਦੇਖਣਾ ਬੰਦ ਕਰ ਚੁੱਕੀਆਂ। ਇਹਨਾਂ ਦਾ ਧਿਆਨ ਜਿਹੜਾ ਹੈ ਬਿਲਕੁਲ ਇੱਕ ਦੂਜੇ ਨੂੰ ਲੜਾਉਣ ਵਾਲਾ ਕੰਮ ਹੋਇਆ ਪਿਆ। ਕਦੇ ਆੜਤੀਆਂ ਨੂੰ ਕਿਸਾਨਾਂ ਨਾਲ ਲੜਾਉਣ ਨੂੰ ਫਿਰਦੇ ਆ, ਕਦੇ ਆੜਤੀਆਂ ਨੂੰ ਵਿਚੋਲੀਆ ਕਹਿਣ ਲੱਗ ਜਾਂਦੇ ਆ। ਮੈਂ ਪਿਛਲੀ ਮੇਰੇ ਖਿਆਲ ਡਿਬੇਟ ਦੇ ਵਿੱਚ ਆਪਣੇ BJP ਦੇ ਜਿੰਨੇ ਵੀ ਪ੍ਰਵਕਤਾ ਹੈਗੇ ਤੇ ਚਾਹੇ ਨੱਡਾ ਜੀ ਇਹਨਾਂ ਦੇ ਪ੍ਰਧਾਨ ਹੈਗੇ, ਉਹਨਾਂ ਨੂੰ ਵੀ ਅਸੀਂ ਖੁੱਲਾ ਚੈਲੰਜ ਕੀਤਾ ਸੀਗਾ ਵੀ ਜਿੱਦਣ ਤੁਸੀਂ ਵੋਟਾਂ ਮੰਗਣ ਆਓਗੇ ਨਾ, ਸਾਡੇ ਵਪਾਰੀ ਭਾਈਆਂ ਨੂੰ ਜਿਨ੍ਹਾਂ ਨੇ ਵਿਚੋਲੀਆ ਕਿਹਾ ਨਾ, ਉਹਨਾਂ ਨੂੰ ਇੱਥੇ ਲਿਆ ਕੇ ਆਪਣੇ ਘਰਾਂ 'ਚ ਬਿਠਾ ਕੇ ਉਹਨਾਂ ਨੂੰ ਦੱਸਾਂਗੇ ਵੀ ਵਿਚੋਲੇ ਕੀ ਹੁੰਦੇ ਆ। ਦੂਸਰੇ ਪਾਸੇ ਵਪਾਰ ਦੀ ਗੱਲ ਕਰੀਏ ਤਾਂ ਵਪਾਰ ਜਿਹੜਾ ਬਿਲਕੁਲ ਤਬਾਹ ਹੋ ਚੁੱਕਿਆ ਹੈ। ਜੇ ਮੈਂ ਕਹਾਂ ਦੋ ਫਸਲਾਂ ਦੀ ਗੱਲ ਕਰੀਏ ਤਾਂ ਅਰਬਾਂ ਖਰਬਾਂ ਰੁਪਏ ਦੀ ਜਿਹੜੀ ਪੰਜਾਬ ਦੀ ਸਾਡੀ ਖੇਤੀ ਸੂਬਾ ਹੋਣ ਦਾ ਜਿਹੜਾ ਮੁੱਖ ਖੇਤੀ ਸੂਬਾ ਜਿਹੜਾ ਪੰਜਾਬ ਹੈ, ਉਹ ਸਾਰਾ ਪੰਜਾਬ ਜਿਹੜਾ ਹੈਗਾ ਜੇ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਸੂਬੇ ਦੇ ਉੱਤੇ ਆਪਣੇ ਖੇਤੀ ਦੇ ਉੱਤੇ ਡਿਪੈਂਡੈਂਟ ਹੈਗਾ। ਔਰ ਅੱਜ ਉਹਦੀ ਇਨਕਮ ਜਿੰਨਾ ਵੀ ਉਹਨਾਂ ਕੋਲੇ ਪੈਸਾ ਆਇਆ ਸੀ, ਕਿਸੇ ਨੇ ਟਰਾਲੀ ਨਵੀਂ ਲੈ ਲਈ, ਕਿਸੇ ਨੇ ਟਰਾਲੀ ਰਿਪੇਅਰ ਕਰਾ ਲਈ, ਤੇ ਕਿਸੇ ਨੇ ਉੱਥੇ ਲੰਗਰ ਲਾਤਾ, ਤੇ ਕਿਸੇ ਨੇ ਉੱਥੇ ਕੋਈ ਨਾ ਕੋਈ ਦਾਨ ਪੁੰਨ ਕਰਕੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਜਿਹੜਾ ਹੈ ਉੱਥੇ ਲੱਗ ਗਿਆ ਸੀ। ਕਾਹਦੇ ਵਾਸਤੇ? ਇਹ ਸੈਂਟਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ। ਬਾਜ਼ਾਰਾਂ ਦੇ ਵਿੱਚ ਜੇ ਅੱਜ ਗੱਲ ਕਰੀਏ ਤਾਂ ਅੱਜ ਬਾਜ਼ਾਰਾਂ 'ਚ ਜਮਾਂ ਉੱਲੂ ਬੋਲ ਰਹੇ ਆ। ਕੋਈ ਵੀ ਬਾਜ਼ਾਰ ਦੇ ਵਿੱਚ ਕਿਸੇ ਵੀ ਦੁਕਾਨਦਾਰ ਕੋਲੇ ਜੇ ਪਿਛਲੀਆਂ ਦਿਨਾਂ ਦੀਆਂ ਗੱਲਾਂ ਕਰੀਏ ਤਾਂ 10 ਪੈਸੇ ਦਾ ਵੀ ਕੰਮ ਨਹੀਂ ਰਿਹਾ। ਪਿਛਲਾ ਸਾਲ ਸਾਨੂੰ ਕਰੋਨਾ ਮਾਰ ਕੇ ਚਲਾ ਗਿਆ। ਕਰੋਨਾ ਨੇ ਜਮਾਂ ਬਰਬਾਦੀ ਕਰਤੀ। ਉਹਦੇ 'ਚ ਵੀ ਸਰਕਾਰਾਂ ਦੇ ਬਹੁਤ ਵੱਡੇ ਹੱਥ ਸੀਗੇ ਜਿਹੜੇ ਕਿ ਗਲਤ ਇਹਨਾਂ ਦੀਆਂ ਨੀਤੀਆਂ ਰਾਤੋਂ ਰਾਤ ਇਹਨਾਂ ਨੇ ਬੰਦ ਦੇ, ਉਹ ਕਹਿੰਦਾ ਨਾ ਲੋਕਡਾਊਨ ਦੇ ਇਸ਼ਾਰੇ ਕਰਕੇ ਤੇ ਵਪਾਰ ਨੂੰ ਜਮਾਂ ਮਾਰ ਕੇ ਰੱਖਤਾ ਸੀਗਾ। ਔਰ ਅੱਜ ਦੀ ਗੱਲ ਕਰੀਏ ਤਾਂ ਮਸਾਂ ਥੋੜ੍ਹਾ ਜਿਹਾ ਅੰਦਰੋਂ ਚਾਹ ਆਇਆ ਸੀਗਾ ਵੀ ਹਵਾ, ਕਹਿੰਦਾ ਨਾ ਉਮੀਦ ਦੀ ਕਰਨ ਜਾਗੀ ਸੀਗੀ ਵੀ ਸ਼ਾਇਦ ਕੋਈ ਨਾ ਕੋਈ ਕੰਮ ਜਿਹੜਾ ਹੈ ਵਧੀਆ ਚੱਲੂਗਾ। ਲੇਕਿਨ ਹੁਣ ਇਹਨਾਂ ਨੇ ਆਪ ਕਿਸਾਨਾਂ ਦਾ ਤੇ ਆੜਤੀਆਂ ਦਾ ਫਿਰ ਦੁਬਾਰਾ ਨਵਾਂ ਰੌਲਾ ਪਾ ਕੇ ਬਹਿ ਗਏ। ਅੱਜ ਪੰਜਾਬ ਦੇ ਅੰਦਰ ਵਪਾਰ ਜਿਹੜਾ ਹੈ ਬਿਲਕੁਲ ਤਬਾਹ ਹੋ ਰਿਹਾ ਹੈ। ਪੰਜਾਬ ਦਾ ਵਪਾਰੀ ਜਿਹੜਾ ਹੈ ਪਲਾਇਨ ਕਰਨ ਵਾਸਤੇ ਸੋਚ ਰਿਹਾ, ਉਹ ਸੋਚ ਰਿਹਾ ਕਿ ਸ਼ਾਇਦ ਮੈਂ ਹਿਮਾਚਲ 'ਚ ਜਾਵਾਂ ਤੇ ਜਾਂ ਮੈਂ ਦਿੱਲੀ ਜਾਵਾਂ ਜਾਂ ਮੈਂ UP ਜਾਵਾਂ ਜਾਂ ਮੈਂ ਕਿਤੇ ਆਂਧਰਾ ਜਾਵਾਂ।
ਉਹਦਾ ਕਾਰਨ ਇੱਕੋ ਹੀ ਹੈ ਕਿ ਨਾ ਤਾਂ ਪੰਜਾਬ ਦੀ ਸਰਕਾਰ ਜਿਹੜੀ ਲੀਡਰਸ਼ਿਪ ਹੈ ਨਾ ਤਾਂ ਉਹ ਧਿਆਨ ਦੇ ਰਹੀ ਹੈ ਵਪਾਰੀਆਂ ਕਨੀ, ਨਾ ਹੀ ਜਿਹੜਾ ਮੋਦੀ ਸਾਹਿਬ ਹੈ ਉਹ ਧਿਆਨ ਦੇ ਰਿਹਾ। ਮੋਦੀ ਸਾਹਿਬ ਨੂੰ ਤਾਂ ਐਂ ਲੱਗਦਾ ਵੀ ਮੇਰੀਆਂ 12 ਸੀਟਾਂ ਮੇਰੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ, ਪਰ ਪੰਜਾਬ ਨੂੰ ਬਰਬਾਦ ਕਰਕੇ ਜਾਣ ਦੇ ਵਿੱਚ ਮੋਦੀ ਸਾਹਿਬ ਤੁਹਾਡਾ ਸਭ ਤੋਂ ਪਹਿਲੇ ਨਾਮ ਆਊਗਾ। ਜਿਹੜੇ ਕਾਲੀ ਹਿਸਟਰੀ ਲਿਖੀ ਜਾਊਗੀ ਉਹਦੇ 'ਚ ਮੋਦੀ ਸਾਹਿਬ ਤੁਹਾਡਾ ਸਾਰਿਆਂ ਨਾਲੋਂ ਪਹਿਲੇ ਨਾਮ ਆਊਗਾ। ਬੱਚਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਜਵਾਬ ਦਊਗਾ ਵੀ ਤੁਸੀਂ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਤੁਸੀਂ ਸੀਗੇ। ਇੱਕ ਚਲਦੇ ਚਲਾਏ ਵਪਾਰ ਨੂੰ ਤੁਸੀਂ ਇੱਕ ਜਮਾਂ ਬਰਬਾਦ ਕਰਕੇ ਰੱਖਤਾ। ਉਹ ਚੀਜ਼ ਜਿਹੜੀ ਹੈ ਅੱਜ ਵੀ ਹਜੇ ਟਾਈਮ ਹੈਗਾ, ਡੁੱਲੇ ਬੇਰਾਂ ਦਾ ਕੁਝ ਨਹੀਂ ਹੋਇਆ। ਅੱਜ ਵੀ ਤੁਸੀਂ ਚਾਹੋ ਤਾਂ ਇਸ ਚੀਜ਼ ਨੂੰ ਖੜਾ ਕਰ ਸਕਦੇ ਹੋ। ਵਪਾਰ ਦੀ ਗੱਲ ਕਰਾਂ ਤਾਂ ਵਪਾਰ ਦੇ ਵਿੱਚ ਤੁਸੀਂ ਅੱਜ ਦੇਖੋ ਕਿ ਕਿਸੇ ਦੁਕਾਨ ਦੇ ਜੇ 10 ਮੁਲਾਜ਼ਮ ਹੈ, ਕਿਸੇ ਕੋਲੇ 50 ਮੁਲਾਜ਼ਮ ਹੈ, ਨਾ ਤਾਂ 10 ਮੁਲਾਜ਼ਮਾਂ ਕੋਲੇ ਕੋਈ 10 ਰੁਪਏ ਤਨਖਾਹ ਦੇਣ ਨੂੰ ਹੈ ਤੇ ਨਾ ਹੀ 50 ਮੁਲਾਜ਼ਮਾਂ ਵਾਲੇ ਕੋਲੇ। ਆਉਣ ਵਾਲਾ ਗਾਹਕ ਦੀ ਗੱਲ ਕਰੀਏ ਤਾਂ ਗਾਹਕ ਦੀ ਇਹ ਪੋਜੀਸ਼ਨ ਹੈ ਕਿ ਜੇ ਮੰਨ ਲਓ ਕਿਸੇ ਦੁਕਾਨ ਦੇ ਉੱਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ 20 ਗਾਹਕ ਵੀ ਆਉਂਦੇ ਸੀ ਨਾ, ਤੇ ਅੱਜ ਉਹ ਬੰਦਾ ਵਿਚਾਰਾ ਬੋਣੀ ਵੀ ਨਹੀਂ ਕਰ ਰਿਹਾ। ਹੈਂਡ ਟੂ ਮਾਊਥ ਕਰਤਾ ਸਾਰੇ ਹਰ ਬੰਦੇ ਨੂੰ। ਮੰਡੀਆਂ ਵੀ ਅਸੀਂ ਦੇਖ ਰਹੇ ਹਾਂ, ਬਿਲਕੁਲ ਸन्नाटा ਹੈਗਾ, ਬੜੀ ਲੇਬਰ ਇੱਥੇ। ਤੁਸੀਂ ਦੇਖੋ ਅੱਜ ਮੰਡੀ ਦੇ ਅੰਦਰ ਕੀ ਹਾਲਾਤ ਹੈ, ਜਮਾਂ ਮੈਂ ਕਹਿੰਦਾ ਬੰਦਾ ਵੀ ਨਹੀਂ ਦਿਖ ਰਿਹਾ ਇੱਥੇ। ਦੂਸਰੇ ਪਾਸੇ ਸ਼ਹਿਰਾਂ ਦੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਬਾਜ਼ਾਰਾਂ ਦੇ ਵਿੱਚ ਵੀ ਸੇਮ ਇਹੀ ਹਾਲਾਤ ਹੋਏ ਹੋਏ ਹੈ। ਕਾਰਨ ਇੱਕੋ ਹੀ ਹੋਇਆ ਹੋਇਆ ਕਿ ਸਰਕਾਰਾਂ ਇਹਦੇ ਕੰਨੀ ਆਪਣੀਆਂ ਪੋਲਿਟਿਕਸ ਖੇਡ ਰਹੀਆਂ। ਉਹਨਾਂ ਨੂੰ ਪਤਾ ਨਹੀਂ ਕੀ ਇਸ ਚੀਜ਼ ਦਾ, ਕਦੇ ਤਾਂ ਕਰੋਨਾ ਦੀ ਨਵੀਂ ਸ਼ਫੂਕਾ ਛੱਡ ਦਿੰਦੇ ਆ ਤੇ ਕਦੇ ਕੋਈ ਹੋਰ ਛੱਡ ਦਿੰਦੇ ਆ। ਅੰਦਰ ਖਾਤੇ ਦੀ ਗੱਲ ਕਿਸੇ ਨੂੰ ਨਹੀਂ ਪਤਾ ਕੀ ਚੱਕਰ ਪੈ ਰਿਹਾ। ਹੁਣ ਤੱਕ ਜਦ ਤੱਕ ਇਹ ਸਰਕਾਰਾਂ ਇਹਦੇ 'ਚ ਧਿਆਨ ਨਹੀਂ ਦੇਣਗੀਆਂ, ਇਹਦੇ ਬਾਰੇ ਨਹੀਂ ਸੋਚਣਗੀਆਂ, ਤਾਂ ਆਉਣ ਵਾਲਾ ਟਾਈਮ ਜਿਹੜਾ ਹੈ ਸਾਡੇ ਵਪਾਰੀਆਂ ਵਾਸਤੇ, ਸਾਡਾ ਵਪਾਰ ਜਿਹੜਾ ਹੈ ਬਿਲਕੁਲ ਪਹਿਲੇ ਹੀ ਖਤਮ ਹੋ ਚੁੱਕਾ ਹੈ ਔਰ ਬਰਬਾਦੀ ਦੇ ਸਤਰ 'ਤੇ ਜਾ ਰਿਹਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹੀ ਸੋਚਿਆ ਕਰਾਂਗੇ ਕਿ ਪਤਾ ਨਹੀਂ ਕਿਹੜਾ ਇਹੋ ਜਿਹਾ ਦਿਨ ਸੀ ਜਦੋਂ ਅਸੀਂ ਇਸ ਪਾਰਟੀ ਨੂੰ, ਚਾਹੇ ਉਹ ਕਹਿੰਦੇ ਨਾ ਸੋਚਿਆ ਵੀ ਸੀਗਾ ਵੀ ਇਹਨੂੰ ਵੋਟ ਪਾਵਾਂਗੇ। ਕਿਸਾਨਾਂ ਵੇਲੀਆਂ ਤੇ ਕਾਰਨ ਹੈ ਜਿਹੜਾ ਸਭ ਤੋਂ ਵੱਡਾ, ਜਿਹੜੇ ਕਿਸਾਨ ਹੈ ਉਹ ਸਾਡੀ ਮੰਡੀ ਦੇ ਵਿੱਚ ਕੋਈ ਨਹੀਂ ਆ ਰਿਹਾ। ਕਿਸਾਨਾਂ ਦੀ ਬਿਰਤਾ ਜਿਹੜੀ ਉਹ ਸਾਡੀ ਬਿਰਤਾ ਬਣੀ ਵੀ ਹੈ, ਕਿਉਂਕਿ ਉਹਨਾਂ ਦੇ ਆਉਣ ਨਾਲ ਹੀ ਅਨਾਜ ਮੰਡੀ ਦੇ ਵਿੱਚ ਰੌਣਕਾਂ ਲੱਗਦੀਆਂ, ਅਨਾਜ ਮੰਡੀ ਦੀਆਂ ਦੁਕਾਨਾਂ ਚੱਲਦੀਆਂ। ਜਿੰਨੀਆਂ ਵੀ ਦੁਕਾਨਾਂ ਇੱਥੇ, ਕਰਿਆਨੇ ਦੀ ਦੁਕਾਨ ਹੈ, ਸੀਮੈਂਟ ਦੀ ਦੁਕਾਨ ਹੈ, ਟਿਊਬਵੈੱਲ ਦੇ ਸਮਾਨ ਦੀ ਦੁਕਾਨ ਹੈ, ਪੈਸਟੀਸਾਈਡ ਫਰਟੀਲਾਈਜ਼ਰ ਦੀਆਂ ਦੁਕਾਨਾਂ ਹੈ, ਸਾਰੀਆਂ ਦੁਕਾਨਾਂ ਸਾਡੀਆਂ ਕਿਸਾਨਾਂ 'ਤੇ ਨਿਰਭਰ ਕਰਦੀਆਂ। ਇਹ ਕਿਸਾਨਾਂ ਦੇ ਨਾ ਆਉਣ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਸਰਕਾਰਾਂ ਨੇ ਪਹਿਲਾਂ ਹੀ GST ਲਾ ਕੇ, ਨੋਟਬੰਦੀ ਕਰਕੇ ਤੇ ਪਿਛਲੇ ਸਾਲ ਕਰੋਨਾ ਕਰਕੇ ਸਾਡੀਆਂ ਦੁਕਾਨਾਂ ਬੰਦ ਪਈਆਂ। ਅਸੀਂ ਸਾਰੇ ਬੇਰੁਜ਼ਗਾਰ ਹੋਏ ਪਏ ਹਾਂ। ਦੁਕਾਨਦਾਰ ਤਾਂ ਦੁਕਾਨਾਂ, ਕਈ ਤਾਂ ਲੋਕ ਦੁਕਾਨਾਂ ਬੰਦ ਕਰ ਗਏ, ਬੰਦ ਕਰਕੇ ਲੋਕਾਂ ਦੇ ਮੁਲਾਜ਼ਮ ਵੀ ਲੱਗ ਗਏ। ਕਿੱਥੇ ਤਾਂ ਸਰਕਾਰਾਂ ਨੇ ਰੁਜ਼ਗਾਰ ਵਧਾਉਣਾ ਸੀ, ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਰੁਜ਼ਗਾਰ ਦੇ ਕੇ ਤੁਹਾਨੂੰ ਕੰਮ ਲਾਵਾਂਗੇ। ਕਿੱਥੇ ਜਿਹੜਾ ਮਾੜਾ ਮੋਟਾ ਕਿਸੇ ਦਾ ਰੁਜ਼ਗਾਰ ਚੱਲਦਾ ਸੀ ਉਹ ਵੀ ਬੰਦ ਹੋਇਆ ਪਿਆ। ਇਸ ਕਰਕੇ ਰੁਜ਼ਗਾਰ ਕੰਨੀਓ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਪੰਜਾਬ ਦੇ ਵਿੱਚ ਹਰ ਬੱਚਾ ਬੱਚੀ ਹਰੇਕ ਪਾਸੇ ਹੀ ਬੁਰਾ ਹਾਲ ਹੋਇਆ ਪਿਆ, ਕਿਉਂਕਿ ਜਿਹੜੇ ਜਿੰਨੇ ਰੌਲੇ ਚੱਲੀ ਜਾਂਦੇ ਨੇ ਇਹਨਾਂ ਨੂੰ ਇਹ ਖਤਮ ਕਰੇ ਸਰਕਾਰ, ਸੈਂਟਰ ਸਰਕਾਰ, ਤਾਂ ਜਾ ਕੇ ਇਹ ਮਾੜਾ ਮੋਟਾ ਮਾਹੌਲ ਦੁਆਰਾ ਠੀਕ ਹੋ ਸਕਦਾ, ਦੁਕਾਨਾਂ ਚੱਲ ਸਕਦੀਆਂ। ਦੁਕਾਨਾਂ ਦਾ ਬਹੁਤ ਬੁਰਾ ਹਾਲ ਹੈ। ਪਹਿਲਾਂ ਅਨਾਜ ਮੰਡੀ ਦੇ ਵਿੱਚ ਸਾਡੇ ਦੁਕਾਨ ਕਿਰਾਏ 'ਤੇ ਨਹੀਂ ਮਿਲਦੀ ਸੀ, ਹੁਣ ਦੁਕਾਨਾਂ ਇੱਥੇ 50 ਖਾਲੀ ਪਈਆਂ, ਕੋਈ ਕਿਰਾਏ 'ਤੇ ਲੈਂਦਾ ਨਹੀਂ। ਅੱਗੇ ਤਾਂ ਲੋਕ ਕਹਿੰਦੇ ਸੀ ਵੀ ਦੁਕਾਨ ਕੋਈ ਰੱਖ ਨਾ ਜਾਵੇ ਕਿਤੇ, ਸਾਡੀ ਮੋੜ ਛੱਡਣੀ ਨਹੀਂ। ਹੁਣ ਕਹਿੰਦਾ ਤੂੰ ਰੱਖ ਲੈ ਬਾਬਾ, ਸਾਨੂੰ ਕਿਰਾਇਆ ਦੇਈ ਚੱਲ, ਸਾਰੀ ਉਮਰ ਦੁਕਾਨ ਰੱਖੀ ਰੱਖ। ਹੁਣ ਤਾਂ ਵਾਕਈ ਬਹੁਤ ਬੁਰੇ ਹਾਲ ਹੈ। ਸਾਡੇ ਨਾਲ ਲੇਬਰ ਦੇ ਵੀ ਕੁਝ ਬੰਦੇ ਨੇ ਜਿਹੜੇ ਆੜਤੀਆਂ ਨਾਲ ਪੁਰਾਣੇ ਜੁੜੇ ਹੋਏ ਨੇ, ਕਿਉਂਕਿ ਬੜਾ ਲੰਬਾ ਵਕਤ ਹੋ ਚੁੱਕਿਆ ਇਹਨਾਂ ਨੂੰ ਮੰਡੀ 'ਚ। ਕਿੰਨੇ ਸਾਲ ਤੋਂ ਤੁਸੀਂ ਇਹ ਮੰਡੀ 'ਚ ਕੰਮ ਕਰ ਰਹੇ ਹੋ? 35 ਸਾਲ ਹੋ ਗਏ ਜੀ। ਸਾਡਾ 35 ਸਾਲਾਂ 'ਚ ਇਸ ਤਰੀਕੇ ਦੇ ਹਾਲਾਤ ਪਹਿਲਾਂ ਦੇਖੇ ਨਹੀਂ ਦੇਖੇ ਜੀ। ਹੁਣ ਤਾਂ ਬਹੁਤ ਬੁਰਾ ਹਾਲ ਹੈ ਜੀ, ਲੇਬਰ ਭੁੱਖੀ ਮਰੀ ਜਾਂਦੀ ਹੈ ਜੀ, ਬਹੁਤ ਬੁਰਾ ਹਾਲ ਹੈ। ਹੁਣ ਕੀ ਪਤਾ ਜੀ ਮੰਡੀ 'ਚ ਕੰਮ ਚੱਲੇ ਨਾ ਚੱਲੇ। ਅਸੀਂ ਆੜਤੀਆਂ ਨਾਲ ਪੈਸੇ ਲੈ ਕੇ ਅਸੀਂ ਸੀਜ਼ਨ 'ਚ ਵਿਆਹ ਸ਼ਾਦੀਆਂ ਕਰਦੇ ਹੁੰਦੇ ਸੀ ਮੁੰਡਿਆਂ ਦੀ, ਜਵਾਕਾਂ ਦੀ। ਹੁਣ ਸਾਨੂੰ ਇਹ ਹੀ ਨਹੀਂ ਪਤਾ ਜੀ ਸਾਡਾ ਸੀਜ਼ਨ ਲੱਗੂਗਾ ਕਿ ਨਹੀਂ ਲੱਗੂਗਾ। ਅਸੀਂ ਆੜਤੀਆਂ ਨਾਲ ਹੀ ਅਸੀਂ ਜੁੜੇ ਹੋਏ ਜੀ। ਟੈਨਸ਼ਨ ਸਾਰੀ ਹੋ ਗਈ ਜੀ, ਭੁੱਖੇ ਮਰਨ ਲੱਗ ਗਏ ਜੀ, ਬਹੁਤ ਬੁਰਾ ਹਾਲ ਹੋ ਗਿਆ ਜੀ। ਮੋਦੀ ਮੁਰਦਾਬਾਦ ਕਵਾਂਗੇ ਜੀ ਹੁਣ ਤਾਂ ਜੀ। ਬਿਲਕੁਲ ਤੁਸੀਂ ਦੇਖ ਰਹੇ ਹੋ ਜਿਹੜਾ ਗੁੱਸਾ ਹੈਗਾ ਆਮ ਲੋਕਾਂ ਦਾ ਲਗਾਤਾਰ ਵੱਧਦਾ ਜਾ ਰਿਹਾ, ਚਾਹੇ ਉਹ ਆੜਤੀ ਹੋਣ, ਚਾਹੇ ਵਪਾਰੀ ਹੋਣ, ਤੇ ਚਾਹੇ ਇਹ ਲੇਬਰ ਕਲਾਸ ਜਿਹੜੇ 30 35 40 ਸਾਲਾਂ ਤੋਂ ਇਸ ਮੰਡੀ 'ਚੋਂ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਾਸਤੇ ਮਿਹਨਤ ਕਰਦੇ ਆ। ਪਰ ਹਾਲਤ ਇਹ ਹੈ ਕਿ ਇੱਕ ਪਾਸੇ ਬਾਜ਼ਾਰ ਦਾ ਵਪਾਰੀ ਪਰੇਸ਼ਾਨ ਹੈ, ਦੂਸਰੇ ਪਾਸੇ ਮੰਡੀ ਦੇ ਲੇਬਰ ਤੇ ਆੜਤੀਏ ਵੱਡੀ ਮੁਸ਼ਕਲ 'ਚ ਹੈ, ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਸਾਰਿਆਂ ਦੇ ਖਿਲਾਫ ਹੈ। ਇਹਦੇ ਨਾਲ ਵੱਡਾ ਨੁਕਸਾਨ ਆੜਤੀ ਵਰਗ ਦਾ ਵੀ ਹੋ ਰਿਹਾ ਹੈ। ਸੈਂਕੜੇ ਲੱਖਾਂ ਦੀ ਤਾਦਾਦ 'ਚ ਜਿਹੜੇ ਇੱਥੇ ਕੰਮ ਕਰਦੇ ਨੇ ਲੇਬਰ ਕਲਾਸ ਵਾਲੇ, ਉਹਨਾਂ ਦਾ ਵੀ ਨੁਕਸਾਨ ਹੋ ਰਿਹਾ, ਕਿਸਾਨਾਂ ਦਾ ਵੀ ਹੋ ਰਿਹਾ, ਕਿਉਂਕਿ ਇਹ ਰਿਸ਼ਤਾ ਪੁਰਾਣਾ ਹੈਗਾ ਤੇ ਪੁਰਾਣਾ ਹੀ ਬਣਿਆ ਰਹਿਣਾ ਚਾਹੀਦਾ ਹੈ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਬਰਬਾਦੀ ਦੀ ਜਗ੍ਹਾ ਆਬਾਦੀ ਵਾਲੇ ਕੰਮ ਕਰੇ, ਕਿਉਂਕਿ ਅੱਜ ਵਪਾਰ ਤੇ ਕਿਸਾਨ ਤੇ ਵਪਾਰੀ ਤੇ ਆਮ ਲੋਕ ਜਿਹੜੇ ਆ ਮਹਿੰਗਾਈ ਦੀ ਮਾਰ ਦੇ ਵਿੱਚ ਵੀ ਫਸ ਰਹੇ ਨੇ, ਤੇ ਨਾਲ ਹੀ ਸਰਕਾਰਾਂ ਦੀ ਗਲਤ ਨੀਤੀਆਂ ਕਰਕੇ ਸਾਰਾ ਵਪਾਰ ਵੀ ਜਿਹੜਾ ਚੌਪਟ ਹੋਇਆ ਪਿਆ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।